ਸਾਲ ਦੀ ਬੱਚੀ ਦੇ ਨਾਲ ਹੋਏ ਦੁਸ਼ਕਰਮ ਤੋਂ ਬਾਅਦ ਪ੍ਰਾਈਵੇਟ ਸਕੂਲ ਦੇ ਪ੍ਰਬੰਧਕਾਂ ਦੀ ਗ੍ਰਿਫਤਾਰੀ ਦੇ ਬਾਅਦ ਮਾਮਲਾ ਗਰਮਾਉਂਦਾ ਹੀ ਚਲਾ ਜਾ ਰਿਹਾ ਹੈ। ਜਿੱਥੇ ਬੀਤੇ ਪਲ ਪ੍ਰਾਈਵੇਟ ਸਕੂਲ ਦੇ ਮਾਲਿਕ ਤੇ ਪੀੜਿਤ ਬੱਚੇ ਦੇ ਮਾਤਾ-ਪਿਤਾ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਨ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ। ਪੰਜਾਬ ਦੇ ਪ੍ਰਾਈਵੇਟ ਸਕੂਲ ਜਥੇਬੰਦੀਆਂ ਤੇ ਜੁਆਇੰਟ ਐਕਸ਼ਨ ਕਮੇਟੀਆਂ ਦੀ ओर ਤੋਂ पुलिस प्रशासन से डिप्टी कमिश्नर के नाल मुलाकात करने तो बाद अल्टीमेटम दिता गया थी कि जे उन्हां ते किया गया मामला खारिज नहीं किया गया तो उन्हां नूं रिहा नहीं किया जाएगा तो आने वाले दिनों में संघर्ष तेज किया जाएगा। हाँ जी सर की निर्णय लिया जी अज कल के अल्टीमेटम देने तो बाद क्योंकि पुलिस ने अजे तक आरोपी को दोषी को गिरफ्तार नहीं किया और पुलिस की ही फेलियर हर पासे जिहड़ी है साबित हो रही है। जी देखो अज असी इत्थे फेडरेशन ऑफ प्राइवेट स्कूल्स एंड एसोसीएशन पंजाब ਅਤੇ ਜੁਆਇੰਟ ਐਸੋਸੀਏਸ਼ਨ ਆਫ ਕਾਲਜ ਜੈਕ ਦੇ 13 ਐਸੋਸੀਏਸ਼ਨਾਂ ਦੇ ਨੁਮਾਇੰਦੇ ਇੱਥੇ ਇਕੱਠੇ ਹੋਏ ਹਾਂ ਪੂਰੇ ਪੰਜਾਬ ਦੀਆਂ ਸੰਸਥਾਵਾਂ ਵੱਲੋਂ। ਸਭ ਤੋਂ ਪਹਿਲਾਂ ਤਾਂ ਅਸੀਂ ਇਹ ਜਿਹੜੀ ਘਟਨਾ ਹੋਈ ਹੈ ਉਸ ਦੀ ਸਾਨੂੰ ਬੜਾ ਅਫਸੋਸ ਹੈ, ਉਹਦੀ ਨਿਖੇਧੀ ਕਰਦੇ ਹਾਂ ਔਰ ਜਿਹੜਾ ਦੋਸ਼ੀ ਹੈ ਉਸ ਨੂੰ ਅਸੀਂ ਫੜੇ ਜਾਣ ਦੀ ਅਪੀਲ ਕਰਦੇ ਹਾਂ ਤੇ ਸਾਡੀ ਸਿੰਪਥੀ ਹੈ ਜਿਹੜੀ ਮਾਪਿਆਂ ਨਾਲ ਆ ਜਿਹੜੇ ਬੱਚੇ ਦੇ ਨਾਲ ਇਹ ਘਟਨਾ ਵਾਪਰੀ ਹੈ। परंतु जिहड़ी संस्था की आप गल कर रहे हैं सुखजिंदरा ग्रुप ऑफ इंस्टीट्यूशन अज असी इत्थे पूरी कमेटी इत्थे आए हैं। असी इन्हां दे आके सारे टीवी फुटेज जिहड़े CCTV फुटेज देखे ने बच्चे दे स्कूल एंटर होने तो लैके वापसी होने तक कोई बिना गैप तो जिहड़ा हैगा बच्चा इत्थे ठीक नज़र आ रहा जो सानूं दस्सिया गया जो असी देखिया। उस तो उपरंत जिहड़ा वो बच्चा एक फुटेज होर सामने है जिहदे विच ओह अपने पेरेंट्स के मोटरसाइकिल के उत्ते जिहड़ा हैगा ठीक ढंग नाल बैठदा ते वापस जांदा दिखाई दिंदा। उस तो बाद सानू पता चलिया भी वो बच्चा जिहड़ा हैगा सी मार्केट दे विच गया उत्थे उन्होंने कोई शॉपिंग वगैरह की है ते पेरेंट्स दे नोट्स दे विच रात नूं गल आई है। तां साडी इत्थे मंग इह सी भी जिहड़ी संस्था इहदे विच तां पूरी फुटेज अपना देख ली है पुलिस ने ते वो मनदे भी रहे ने एग्री भी हुंदे रहे ने भी संस्था दे पार्ट दे उत्ते कोई फॉल्ट नहीं हैगा इत्थे कुछ होया नहीं जापदा। परंतु जिहड़ी इन्वेस्टिगेशन बाद दे विच बाद दोपहर तो लैके रात तक दी वो पूरी इन्वेस्टिगेशन कीते बिना ਸਾਡੇ ਇਸ ਸੰਸਥਾ ਦੇ ਚੇਅਰਮੈਨ ਗਿੱਲ ਸਾਹਿਬ ਨੂੰ ਗੁੱਡ ਫੇਥ ਵਿੱਚ ਲੈ ਕੇ ਜਾਮ ਖਿਲਾਉਣ ਦੇ ਇੱਕ ਬਹਾਨਾ ਲੈ ਕੇ ਉਹਨਾਂ ਨੂੰ ਅੰਦਰ ਤਾੜ ਦਿੱਤਾ ਗਿਆ ਜਿਸ ਦੀ ਅਸੀਂ ਸਾਰੇ ਪੰਜਾਬ ਦੀਆਂ ਸੰਸਥਾਵਾਂ ਜਿਹੜੀ ਨਿਖੇਧੀ ਕਰਦੇ ਹਾਂ। ਬਹੁਤ ਇਹ ਗਲਤ ਹਰਕਤ ਹੈ। ਜੇ ਤਾਂ ਸੰਸਥਾ ਕੋਈ ਕੋਆਪਰੇਸ਼ਨ ਨਾ ਕਰ ਰਹੀ ਹੋਵੇ ਜਾਂ ਫੈਕਟਸ ਨੂੰ ਹਾਈਡ ਕਰ ਰਹੀ ਹੋਵੇ ਜਾਂ ਉਹ ਕਿਸੇ ਸਬੂਤਾਂ ਨੂੰ ਤੋੜ ਮਰੋੜ ਰਹੀ ਹੋਵੇ ਤਾਂ ਇਹੋ ਜਿਹਾ ਐਕਸ਼ਨ ਹੁੰਦਾ। ਗਿੱਲ ਸਾਹਿਬ ਨੇ ਆਪ ਅੱਗੇ ਆ ਕੇ ਪੁਲਿਸ ਦਾ ਸਮਰਥਨ ਦਿੱਤਾ ਲੇਕਿਨ ਉਹਨਾਂ ਨਾਲ ਇਹ ਧੋਖਾ ਹੋਇਆ। ਅਸੀਂ ਪੁਲਿਸ ਦੀ ਇਸ ਐਕਟੀਵਿਟੀ ਦੀ ਵੀ ਨਿਖੇਧੀ ਕਰਦੇ ਹਾਂ ਔਰ ਉਸ ਦੇ ਨਾਲ ਹੀ ਜਿਹੜਾ ਅਸੀਂ ਮੰਗ ਕਰਦੇ ਹਾਂ ਵੀ ਜਿਹੜਾ ਦੋਸ਼ੀ ਹੈ ਉਸ ਨੂੰ ਫੜਿਆ ਜਾਵੇ ਔਰ ਜਿਹੜੇ ਇਹ ਨਿਰਦੋਸ਼ ਵਿਅਕਤੀ ਨੇ ਇਹਨਾਂ ਤੇ ਇਸ ਤਰ੍ਹਾਂ ਦੇ ਜਿਹੜੇ ਸੰਗੀਨ ਜਿਹੜੇ ਧਾਰਾਵਾਂ ਲਾਉਣੀਆਂ ਨਹੀਂ ਬਣਦੀਆਂ। ਮੈਂ ਧਾਰਾਵਾਂ ਦੇਖੀਆਂ ਨੇ FIR ਦੇ ਵਿੱਚ ਉਹਦੇ ਵਿੱਚ ਜਦੋਂ ਇਨਵੈਸਟੀਗੇਸ਼ਨ ਹੀ ਨਹੀਂ ਹੋਈ ਇਹ ਕਿਵੇਂ ਪਤਾ ਲੱਗਿਆ ਵੀ ਗੈਂਗ ਰੇਪ ਹੈ। ਉਹ 'ਚ ਗੈਂਗ ਰੇਪ ਦੀ ਵੀ ਲਾਈ ਪਈ ਹੈ ਉਹਦੇ ਵਿੱਚ ਰੇਪ ਦੀ ਵੀ ਲਾਈ ਪਈ ਹੈ। ਉਸ ਦੇ ਵਿੱਚ ਇਹ ਚੀਜ਼ਾਂ ਨੂੰ ਪ੍ਰੋਤਸਾਹਿਤ ਕਰਨ ਦੇ ਵਾਸਤੇ ਵਧਾਵਾ ਦੇਣ ਵਾਸਤੇ ਧਾਰਾਵਾਂ ਇਹਨਾਂ ਦੇ ਉੱਤੇ ਲਾ ਦਿੱਤੀਆਂ ਨੇ ਔਰ ਇਸ ਤਰ੍ਹਾਂ ਦੀਆਂ ਧਾਰਾਵਾਂ ਜਿਹੜੀ ਬਿਲਕੁਲ ਲਾਉਣੀਆਂ ਨਹੀਂ ਬਣਦੀਆਂ। ਸਰ ਮੈਡੀਕਲ ਰਿਪੋਰਟ ਦੇਖੀ ਆ ਕਿਸੇ ਨੇ ਉਹਦੇ ਉੱਪਰ ਜਿਹੜੀ ਧਾਰਾਵਾਂ ਲਾਈਆਂ ਕਿ ਜਾਂ ਬਿਨਾਂ ਮੈਡੀਕਲ ਰਿਪੋਰਟ ਦੇ ਹੀ ਜਿਹੜੀ ਉਸ ਦੀ FIR ਦੀ ਜਿਹੜੀ ਉਹ ਲਿਖੀ ਹੋਈ ਹੈ ਜੀ ਉਹਦੇ ਵਿੱਚ ਧਾਰਾਵਾਂ ਲਿਖੀਆਂ ਹੋਈਆਂ ਨੇ ਸਾਰੀਆਂ। ਲੇਕਿਨ ਅਸੀਂ ਇਹ ਕਹਿੰਦੇ ਆ ਵੀ ਇਨਵੈਸਟੀਗੇਸ਼ਨ ਪ੍ਰੋਪਰ ਕਰੋ। ਸੰਸਥਾ ਕਿਤੇ ਭੱਜੀ ਨਹੀਂ ਜਾ ਰਹੀ, ਸੰਸਥਾ ਦੇ ਚੇਅਰਮੈਨ ਕਿਤੇ ਭੱਜੇ ਨਹੀਂ ਜਾ ਰਹੇ ਸੀਗੇ ਫਿਰ ਐਡਾ ਵੱਡਾ ਐਕਸ਼ਨ ਜਿਹੜਾ ਹੈਗਾ ਕਰਨਾ ਨਹੀਂ ਸੀ ਬਣਦਾ। ਬਹੁਤ ਸਾਰੀਆਂ ਸਾਡੇ ਸਮਾਜ ਦੇ ਵਿੱਚ ਇਹੋ ਜਿਹੇ ਚੈਰੀਟੇਬਲ ਆਰਗੇਨਾਈਜੇਸ਼ਨ ਚੱਲਦੀਆਂ ਨੇ ਜਿਨ੍ਹਾਂ ਦੇ ਸਾਡੇ ਸੁਸਾਇਟੀ ਦੇ ਵਿੱਚੋਂ ਕੁਝ ਬਜ਼ੁਰਗ ਲੋਕ ਚੇਅਰਮੈਨ ਹੁੰਦੇ ਨੇ। ਇਹਦਾ ਮਤਲਬ ਅਗਰ ਉਸ ਸੰਸਥਾਵਾਂ ਵਿੱਚ ਕੋਈ ਵੀ ਘਟਨਾ ਵਾਪਰਦੀ ਹੈ ਤਾਂ ਤੁਸੀਂ ਉਹਨਾਂ ਲੋਕਾਂ ਨੂੰ ਫੜ ਕੇ ਅੰਦਰ ਕਰ ਦਿਓਗੇ। ਸਰਕਾਰੀ ਸੰਸਥਾ ਦੇ ਵਿੱਚ ਅਗਰ ਕੋਈ ਇਹੋ ਜਿਹੀ ਘਟਨਾ ਵਾਪਰਦੀ ਹੈ ਤਾਂ ਕੀ ਉੱਥੇ ਪ੍ਰਿੰਸੀਪਲ ਨੂੰ ਅੰਦਰ ਕੀਤਾ ਜਾਂਦਾ? ਅਗਰ ਕੋਈ ਪੁਲਿਸ ਡਿਪਾਰਟਮੈਂਟ ਦੇ ਵਿੱਚ ਕਿਸੇ ਡਿਪਾਰਟਮੈਂਟ ਦੇ ਹੁੰਦਾ ਤਾਂ ਕੀ SSP ਸਾਹਿਬ ਤੇ DC ਸਾਹਿਬ ਤੇ ਕੋਈ ਕਾਰਵਾਈ ਹੁੰਦੀ ਹੈ ਜਾਂ ਸੰਬੰਧਿਤ ਮੰਤਰੀਆਂ ਦੀ ਹੁੰਦੀ ਹੈ? ਚਲੋ ਅਸੀਂ ਇਸ ਗੱਲ ਨੂੰ ਵੀ ਮਨਜ਼ੂਰ ਕਰ ਲੈਂਦੇ ਹਾਂ ਲੇਕਿਨ ਇਹ ਫਿਰ ਨਿਯਮ ਸਾਰਿਆਂ ਤੇ ਲਾਗੂ ਹੋਣਾ ਚਾਹੀਦਾ, ਸਾਰੇ ਡਿਪਾਰਟਮੈਂਟਸ ਤੇ ਲਾਗੂ ਹੋਣਾ ਚਾਹੀਦਾ। ਅਗਰ ਕੋਈ ਜ਼ਿਲ੍ਹੇ ਦੇ ਵਿੱਚ ਕੋਈ ਹਰਕਤ ਵਾਪਰਦੀ ਹੈ ਕੋਈ ਗਲਤ ਘਟਨਾ ਹੁੰਦੀ ਹੈ ਤਾਂ ਉਹਦੇ ਲਈ DC ਸਾਹਿਬਾਨ ਨੂੰ ਵੀ ਦੋਸ਼ੀ ਬਣਾਉਣਾ ਚਾਹੀਦਾ, ਉਹਨਾਂ ਪੁਲਿਸ ਅਧਿਕਾਰੀਆਂ ਨੂੰ ਵੀ ਦੋਸ਼ੀ ਬਣਾਉਣਾ ਚਾਹੀਦਾ, ਉਹ ਡਿਪਾਰਟਮੈਂਟਾਂ ਨੂੰ ਦੋਸ਼ੀ ਬਣਾਉਣਾ ਚਾਹੀਦਾ। ਇਹ ਕੱਲਾ ਹੀ ਜਿਹੜੀਆਂ ਇਹ ਸੈਲਫ ਫਾਈਨਾਂਸਿੰਗ ਇੰਸਟੀਟਿਊਸ਼ਨਸ ਨੇ ਇਹ ਰੂਲ ਇਹਨਾਂ ਕੱਲਿਆਂ ਲਈ ਕਿਉਂ ਆ? ਸੋ ਸਾਡੀ ਮੰਗ ਇਸ ਗੱਲ ਦੀ ਹੈ ਵੀ ਆਪਦੀ ਇਨਵੈਸਟੀਗੇਸ਼ਨ ਕਰੋ। ਜੇ ਦੋਸ਼ੀ ਸਾਡੀਆਂ ਸੰਸਥਾਵਾਂ ਵਿੱਚੋਂ ਕੋਈ ਆ ਉਹਨੂੰ ਨਾ ਬਖਸ਼ਿਆ ਜਾਵੇ ਲੇਕਿਨ ਇੱਕ ਐਡੇ ਸਾਫ਼ ਸੁਥਰੀ ਅਕਸ਼ ਵਾਲੇ ਇਨਸਾਨ ਨੂੰ ਤੁਸੀਂ ਐਡੀਆਂ ਧਾਰਾਵਾਂ ਲਾ ਕੇ ਅੰਦਰ ਕਰ ਦੇਣਾ ਜਿਹੜਾ ਹੈਗਾ ਬਹੁਤ ਮਾੜਾ ਕੰਮ ਆ। ਪੰਜਾਬ ਦੀਆਂ ਸਾਰੀਆਂ ਸੰਸਥਾਵਾਂ ਇਸ ਗੱਲ ਨੂੰ ਬਿਲਕੁਲ ਸਹਿਣ ਨਹੀਂ ਕਰਨਗੀਆਂ। ਅਸੀਂ ਅੱਜ ਇੱਥੇ ਹੁਣੇ ਸਾਡੀ ਕੋਰ ਕਮੇਟੀ ਨੇ ਫੈਸਲੇ ਲੈਣੇ ਨੇ ਕਿ ਅਸੀਂ ਅੱਗੇ ਕਿਹੋ ਜਿਹੀ ਅੱਗੇ ਗਤੀਵਿਧੀਆਂ ਕਰਾਂਗੇ। ਕੱਲ ਅਲਟੀਮੇਟਮ ਦਿੱਤਾ ਸੀ ਪੁਲਿਸ ਨੇ, ਉਸ ਦਾ ਫਿਰ ਕਾਰਵਾਈ ਕੀਤੀ ਕੋਈ ਅਲਟੀਮੇਟਮ ਤੁਹਾਡੇ ਦੇਣ ਤੋਂ ਬਾਅਦ ਵੀ? ਦੇਖੋ ਪੁਲਿਸ ਅੰਦਰ ਖਾਤੇ ਜਾਣਦੀ ਹੈ। ਸਾਡੇ ਕੋਲ ਜਿਹੜੇ ਗੱਲਾਂ ਆ ਰਹੀਆਂ ਇਹਨਾਂ ਨੂੰ ਪਤਾ ਵੀ ਇਹ ਨਿਰਦੋਸ਼ ਨੇ, ਸਭ ਨੂੰ ਪਤਾ ਇਹ ਗੱਲ, ਸਾਰੇ ਸਮਾਜ ਨੂੰ ਪਤਾ, ਸਾਰੇ ਸ਼ਹਿਰ ਨੂੰ ਪਤਾ। ਲੇਕਿਨ ਉਸ ਦੇ ਬਾਵਜੂਦ ਵੀ ਉਹਨਾਂ ਨੇ ਇੱਕ ਪ੍ਰੈਸ਼ਰ ਨਾ ਝੱਲ ਸਕਣ ਦੇ ਕਾਰਨ
ਹਾਈਵੇ ਖਲਵਾਉਣ ਦੇ ਚੱਕਰ ਦੇ ਵਿੱਚ ਇਹ ਵਿਅਕਤੀ ਨੇ ਜਿਹੜੇ ਇਹਨਾਂ ਨਾਲ ਜਿਹੜੀ ਮਾੜੀ ਕੀਤੀ ਹੈ। ਹੁਣ ਇਸ ਮੈਂ ਐਡ ਕਰਨਾ ਚਾਹਾਂਗਾ ਜਦੋਂ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਨੂੰ ਵੀ ਹਾਈਵੇ ਖਲਵਾਉਣ ਕਰਕੇ ਟਾਰਗੇਟ ਦਿੱਤੇ ਗਏ। ਬਿਲਕੁਲ ਜੀ, ਬਿਲਕੁਲ। ਤੁਹਾਡੀ ਅਗਲੀ ਰਣਨੀਤੀ ਕੀ ਹੈ ਜੇ ਨਹੀਂ ਦੇਖੋ, ਕਰਦੇ ਜੀ? ਸਭ ਤੋਂ ਪਹਿਲਾਂ ਤਾਂ ਅਸੀਂ ਕੱਲ ਦੇ ਲਈ ਐਲਾਨ ਕਰਕੇ ਜਾ ਰਹੇ ਹਾਂ ਔਰ ਇਹ ਪੂਰਾ ਗੁਰਦਾਸਪੁਰ ਦੀਆਂ ਸਾਰੀਆਂ ਸਿੱਖਿਆ ਸੰਸਥਾਵਾਂ, ਸਕੂਲ ਤੇ ਕਾਲਜ ਦੀ ਅਸੀਂ ਅੱਜ ਕਾਲ ਦੇ ਰਹੇ ਹਾਂ। ਕੱਲ ਦਾ ਦਿਨ ਲਈ ਪਹਿਲਾਂ ਤਾਂ ਸ਼ਾਂਤਮਈ ਤਰੀਕੇ ਨਾਲ ਬੰਦ ਰਹਿਣਗੇ ਕੱਲ੍ਹ, ਤੇ ਉਹਦੇ ਵਿੱਚ ਅਸੀਂ ਸਿਰਫ ਉਹ ਸੰਸਥਾਵਾਂ ਨੂੰ ਛੋਟ ਦੇ ਰਹੇ ਹਾਂ ਜਿਨ੍ਹਾਂ ਵਿੱਚ ਕੋਈ ਪੇਪਰ ਹੋ ਰਿਹਾ, ਐਗਜ਼ਾਮੀਨੇਸ਼ਨ ਚੱਲ ਰਹੇ ਨੇ। ਅਦਰਵਾਈਜ਼ ਅਸੀਂ ਕੱਲ ਨੂੰ ਇਸ ਰੋਸ ਵਜੋਂ ਆਪਣਾ ਗੁਰਦਾਸਪੁਰ ਦੀਆਂ ਸਾਰੀਆਂ ਸਿੱਖਿਆ ਸੰਸਥਾਵਾਂ, ਸਕੂਲ ਤੇ ਕਾਲਜ ਨੇ ਜਿਹੜੇ ਬੰਦ ਕਰ ਰਹੇ ਹਾਂ। ਉਸ ਤੋਂ ਇਲਾਵਾ ਜਿਹੜੀ ਅਗਲੀ ਰਣਨੀਤੀ ਹੈ ਵੀ ਅਸੀਂ ਕਿਹੜੇ ਐਕਸ਼ਨ ਕਰਨੇ ਨੇ, ਪੂਰੇ ਪੰਜਾਬ ਦੇ ਵਿੱਚ ਕੀ ਕਰਨੇ ਨੇ, ਕਿਉਂਕਿ ਸਾਡੀ ਵੀ ਜਿਹੜੀ ਸੰਖਿਆ ਉਹ ਲਗਭਗ ਅਸੀਂ 9000 ਸਕੂਲ ਆ, ਸਾਡੇ 5 ਲੱਖ ਮੁਲਾਜ਼ਮ ਨੇ। ਸਾਨੂੰ ਵੀ ਸੜਕਾਂ ਜਾਮ ਕਰਨੀਆਂ ਆਉਂਦੀਆਂ ਨੇ, ਸਾਨੂੰ ਵੀ ਹਾਈਵੇ ਜਾਮ ਕਰਨੇ ਆਉਂਦੇ ਨੇ, ਪਰੰਤੂ ਅਸੀਂ ਸੋਚਦੇ ਹਾਂ ਵੀ ਅਸੀਂ ਪੜ੍ਹਿਆ ਲਿਖਿਆ ਵਰਗ ਹਾਂ, ਅਸੀਂ ਕੋਈ ਇਹੋ ਜਿਹੀ ਹਰਕਤ ਨਾ ਕਰੀਏ ਜਿਹਦੇ ਨਾਲ ਸੋਸਾਇਟੀ ਵਿੱਚ ਗਲਤ ਮੈਸੇਜ ਜਾਵੇ। ਅਸੀਂ ਇਸ ਲਈ ਪੁਰਜ਼ੋਰ ਮੰਗ ਕਰਦੇ ਹਾਂ ਵੀ ਜਲਦੀ ਤੋਂ ਜਲਦੀ ਅਸਲੀ ਕਲਪ੍ਰਿਟ ਨੂੰ ਪਕੜ ਕੇ ਪੁਲਿਸ ਚਾਹੇ ਤਾਂ ਕੀ ਨਹੀਂ ਕਰ ਸਕਦੀ, 24 ਘੰਟਿਆਂ ਦੇ ਵਿੱਚ ਇਨਵੈਸਟੀਗੇਸ਼ਨ ਕਰਕੇ ਦੋਸ਼ੀ ਨੂੰ ਪਕੜ ਸਕਦੀ ਹੈ। ਤਾਂ ਇਹ ਸਾਡੇ ਜਿਹੜੇ ਮਾਣਯੋਗ ਸਤਿਕਾਰਯੋਗ ਸਾਡੇ ਚੇਅਰਮੈਨ ਸਾਹਿਬ ਨੇ, ਇਹਨਾਂ ਨੂੰ ਜਿਹੜਾ ਹੈਗਾ ਤੁਰੰਤ ਰਿਲੀਜ਼ ਕਰਨ ਦੀ ਸਾਡੀ ਮੰਗ ਹੈ। ਉਹਨਾਂ ਨੂੰ ਸਿਰਫ ਇਹੀ ਗੱਲ ਸਮਝਣੀ ਚਾਹੀਦੀ ਆ, ਆਪਦੇ ਆਪ ਨੂੰ ਉਹ ਸੰਸਥਾ ਦਾ ਚੇਅਰਮੈਨ ਮੰਨ ਕੇ ਸੋਚਣ। ਇੱਕ ਹੋਰ ਤੁਹਾਨੂੰ ਇਹ ਦੱਸਣਾ ਚਾਹਣਾ, ਇੱਥੇ ਇਹ ਵੀ ਰੂਲ ਆ ਸੰਸਥਾਵਾਂ ਦੇ ਵਿੱਚ ਵੀ ਜੇਕਰ ਬੱਸ ਨਾਲ ਕਿਸੇ ਨਾਲ ਕੋਈ ਦੁਰਘਟਨਾ ਹੁੰਦੀ ਆ ਬਾਹਰ, ਤਾਂ ਉਸ ਦਾ ਪਰਚਾ ਵੀ ਪ੍ਰਿੰਸੀਪਲ ਦੇ ਦਰਜ ਕੀਤਾ ਜਾਂਦਾ। ਹੁਣ ਇੱਕ ਸਕੂਲ ਦੇ ਵਿੱਚ, ਇੱਕ ਕਾਲਜ ਦੇ ਵਿੱਚ 20-30 ਬੱਸਾਂ ਨੇ, ਉਹਦੇ ਵਿੱਚ ਡਰਾਈਵਰ ਹੈ, ਕੰਡਕਟਰ ਹੈ, ਉਹਦੇ ਕਾਗਜ਼ ਪੂਰੇ ਨੇ, ਉਹਦੇ ਟੈਕਸ ਪੂਰੇ ਨੇ। ਹੁਣ ਪ੍ਰਿੰਸੀਪਲ 20 ਬੱਸਾਂ 'ਚ ਕਿਵੇਂ ਬੈਠ ਕੇ ਚਲਾ ਜਾਊਗਾ ਜੀ? ਅਗਰ ਕੋਈ ਐਸੀ ਘਟਨਾਵਾਂ ਧਰਤੀ ਤੇ ਹੁੰਦੀਆਂ ਨੇ, ਉਹ ਉਹਨਾਂ ਦਾ ਨਿਖੇਧੀ ਵੀ ਕੀਤੀ ਜਾਂਦੀ ਆ, ਉਹਦੇ ਸਜ਼ਾਵਾਂ ਵੀ ਹੁੰਦੀਆਂ ਨੇ, ਫਾਂਸੀ ਦੀ ਸਜ਼ਾ ਦੀ ਮੰਗ ਕਰਦੇ ਹਾਂ ਅਸੀਂ, ਪਰ ਕਰੋ ਤਾਂ ਦੋਸ਼ੀ ਦੇ ਨਾ ਜੀ। ਸੋ ਇਸ ਲਈ ਜਿਹੜੀਆਂ ਉਹ ਤੁਸੀਂ ਗੱਲ ਕਰੋ ਜਥੇਬੰਦੀਆਂ ਨੇ, ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਉਹ ਇਕੱਲਾ ਇੱਕ ਪੱਖ ਨਾ ਦੇਖਣ। ਅਸੀਂ ਵੀ ਸਾਰੇ ਪੇਰੈਂਟਸ ਦੇ ਨਾਲ ਖੜੇ ਹੋਣ ਨੂੰ ਆਏ ਆ ਉੱਥੇ, ਪਰੰਤੂ ਬੇਨਤੀ ਇਹ ਆ ਵੀ ਇਹ ਸੰਸਥਾ ਦੇ ਜਿਹੜੇ ਚੇਅਰਮੈਨ ਦਾ ਕੀ ਦੋਸ਼ ਆ, ਇੱਥੋਂ ਦੇ ਪ੍ਰਿੰਸੀਪਲ ਦਾ ਕੀ ਦੋਸ਼ ਆ। ਹੋ ਸਕਦਾ ਇਹ ਦੋਸ਼ੀ ਹੋ ਜਾਣ, ਪਰ ਇਨਵੈਸਟੀਗੇਸ਼ਨ ਤੋਂ ਬਿਨਾਂ ਕਿਵੇਂ ਕਰ ਸਕਦੇ ਨੇ? ਹਜੇ ਕੋਈ ਗੱਲ ਨਹੀਂ ਹੋਈ, ਪੂਰੀ ਕੋਆਪਰੇਸ਼ਨ ਚੱਲ ਰਹੀ ਹੈ। ਤਾਂ ਸਾਡੇ ਪਾਰਟ ਤੇ ਕੋਈ ਅਣਗਹਿਲੀ ਬਣੀ ਨਜ਼ਰ ਆ ਰਹੀ, ਜਦੋਂ ਸਾਡੇ ਕੋਲ ਸੀਸੀਟੀਵੀ ਫੁਟੇਜ ਹੈਗੀ ਹੈ, ਬੱਚੇ ਦੇ ਉੱਤਰਨ ਤੋਂ ਲੈ ਕੇ ਚੜ੍ਹਨ ਤੋਂ ਲੈ ਕੇ ਉਤਰਨ ਤੱਕ ਸਾਰੀ ਫੁਟੇਜ ਹੈ, ਫਿਰ ਉਹਨਾਂ ਨੇ ਦੋਸ਼ ਕਿਵੇਂ ਨਿਰਧਾਰਤ ਕਰ ਲਿਆ? ਸੋ ਇਸ ਲਈ ਇਹ ਬਹੁਤ ਬੜਾ ਮਾੜਾ ਕਦਮ ਆ। ਜਥੇਬੰਦੀਆਂ ਨੂੰ ਜਿਹੜਾ ਹੈਗਾ ਦੋਨੇ ਪੱਖਾਂ ਤੋਂ ਸੋਚ ਕੇ ਵਿਚਾਰ ਕਰਕੇ ਫਿਰ ਸਪੋਰਟ ਕਰਨੀ ਚਾਹੀਦੀ। ਤੁਸੀਂ ਕਿਹਾ ਸੀਗਾ ਕਿ ਤੁਸੀਂ ਕੱਲ ਐਜੀਟੇਸ਼ਨ ਦਾ ਕਿਹਾ ਸੀਗਾ, ਤਾਂ ਉਹਦਾ ਕੀ ਬਣਿਆ? ਉਹਦੇ 'ਚ ਸਾਨੂੰ ਬਾਅਦ 'ਚ ਡੀਸੀ ਸਾਹਿਬ ਨੇ, ਐਸਐਸਪੀ ਸਾਹਿਬ ਨੇ, ਮਹਾਜਨ ਸਾਹਿਬ ਨੂੰ ਸਪੈਸ਼ਲੀ ਇਨਫੋਰਮ ਕੀਤਾ ਹੈ ਕਿ ਅਸੀਂ ਜਾਂਚ ਤੇਜ਼ੀ ਨਾਲ ਸ਼ੁਰੂ ਕਰਤੀ ਹੈ, ਕਿਉਂਕਿ ਜਿਹੜਾ ਐਵੀਡੈਂਸ ਮਿਲ ਰਿਹਾ ਜਿਹੜੇ ਉਹਦੇ ਮੁਤਾਬਕ ਪੁਲਿਸ ਵੀ ਕਹਿ ਰਹੀ ਸੀ ਸ਼ਾਮ ਤੱਕ ਕਿ ਸਕੂਲ ਦੀ ਘਟਨਾ ਨਹੀਂ ਲੱਗਦੀ। ਫੁਟੇਜ ਬੇਸਿਸ ਤੇ ਪੁਲਿਸ ਨੇ ਇਨਵੈਸਟੀਗੇਟ ਤਾਂ ਹੀ ਤਾਂ ਅਰੈਸਟ ਨਹੀਂ ਕੀਤਾ ਸੀਗਾ। ਜਿਹੜੀ ਅਰੈਸਟ ਰਾਤ ਨੂੰ ਅਰਲੀ ਮਾਰਨਿੰਗ ਕਰ ਰਹੇ ਹੋ, ਪਹਿਲਾਂ ਵੀ ਕਰ ਸਕਦੇ ਸੀਗੇ, ਬਟ ਇਹ ਸਾਰਾ ਦਬਾਅ 'ਚ ਕੀਤਾ। ਔਰ ਉਸ ਤੋਂ ਬਾਅਦ ਸ਼ਾਮੀ ਮਾਨ ਸਾਹਿਬ ਨੂੰ ਸਪੈਸ਼ਲ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਨੇ ਇਨਫੋਰਮ ਕੀਤਾ ਕਿ ਅਸੀਂ ਟੀਮਾਂ ਲਗਾਤੀਆਂ, ਅਸੀਂ ਇਨਵੈਸਟੀਗੇਸ਼ਨ ਤੇਜ਼ੀ ਨਾਲ ਸ਼ੁਰੂ ਕਰਤੀ ਹੈ ਔਰ ਜਲਦੀ ਜਿਹੜੇ ਹੈ ਕਲਪ੍ਰਿਟ ਨੂੰ ਅਸੀਂ ਪਕੜਾਂਗੇ। ਬਟ ਜਦੋਂ ਤੱਕ ਕਲਪ੍ਰਿਟ ਪਕੜਿਆ ਨਹੀਂ ਗਿਆ ਸੀ, ਉਦੋਂ ਤੱਕ ਗਿੱਲ ਸਾਹਿਬ ਨੂੰ ਕਿਉਂ ਪਕੜਿਆ ਗਿਆ? ਗਿੱਲ ਸਾਹਿਬ ਤਾਂ ਸ਼ੁਰੂ ਤੋਂ ਕਹਿ ਰਹੇ ਸੀਗੇ, ਉਹਨਾਂ ਨੂੰ ਤਾਂ ਸਕੂਲ 'ਚ ਬੈਠੇ ਰਹੇ ਹੋ, ਆਪਣੀ ਇੰਸਟੀਟਿਊਸ਼ਨ ਬੈਠੇ ਰਹੇ, ਉਹ ਕਿਤੇ ਨਹੀਂ ਗਏ। ਔਰ ਉਹਦੇ ਬਾਵਜੂਦ ਵੀ ਉਹਨਾਂ ਨੂੰ ਸਡਨਲੀ ਜਦੋਂ ਉਹਨਾਂ ਨੇ ਆਫਰ ਕੀਤਾ ਤੇ ਉਸ ਤੋਂ ਬਾਅਦ ਕਰਕੇ ਤੇ ਜਾਮ ਖੁਲਵਾ ਕੇ ਦੁਆਰਾ ਫਿਰ ਉਹ ਸੈਕਸ਼ਨ ਜੋ ਪਤਾ ਲੱਗ ਰਿਹਾ ਕਿ ਚੇਂਜ ਵੀ ਕੀਤੇ ਗਏ ਸ਼ਾਇਦ ਸੈਕਸ਼ਨ। ਤਾਂ ਸਾਡੀ ਤਾਂ ਸਿੰਪਲ ਸਾਰੀਆਂ ਜਥੇਬੰਦੀਆਂ ਦੀ ਇਹੀ ਰਿਕੁਐਸਟ ਹੈ ਕਿ ਜਿਹੜੇ ਬੱਚੇ ਦੇ ਨਾਲ ਹੋਇਆ ਉਹਦੇ ਮਾਪੇ ਤੇ ਕੀ ਬੀਤ ਰਹੀ ਹੈ ਸਾਨੂੰ ਪਤਾ ਹੈ, ਅਸੀਂ ਆਪ ਬੱਚਿਆਂ ਵਾਲੇ ਹਾਂ। ਬਟ ਐਟ ਦ ਸੇਮ ਟਾਈਮ ਜਿਹੜੇ ਗਿੱਲ ਸਾਹਿਬ ਸ਼ੁਰੂ ਤੋਂ ਸਾਥ ਦੇ ਰਹੇ ਸੀਗੇ, ਉਹਨਾਂ ਵਾਲੇ ਧੱਕਾ ਨਹੀਂ ਹੋਣਾ ਚਾਹੀਦਾ ਸੀ। ਪੁਲਿਸ ਤੋਂ ਜਲਦੀ ਤੋਂ ਜਲਦੀ ਜਿਹੜੀ ਹੈ ਜਾਂਚ ਕੰਪਲੀਟ ਕਰਕੇ ਜਿਹੜਾ ਮੁੱਖ ਦੋਸ਼ੀ ਨੂੰ ਸਾਹਮਣੇ ਲੈ ਕੇ ਤੇ ਗਿੱਲ ਸਾਹਿਬ ਨੂੰ ਤੁਰੰਤ ਪੁਲਿਸ ਕਰੇ। ਬਿਲਕੁਲ ਜੀ, ਇਹ ਤੇ ਗੱਲ ਮੈਂ ਕੱਲ ਵੀ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਦੇ ਅੱਗੇ ਰੱਖੀ ਸੀਗੀ ਕਿ ਡੀਸੀ ਆਪਣਾ ਗਿੱਲ ਸਾਹਿਬ ਨੇ ਦੇਖੋ ਆਪਣੇ ਆਪ ਨੂੰ ਖੁਦ ਆਫਰ ਕਰਕੇ, ਖੁਦ ਸਰੈਂਡਰ ਕਰਕੇ ਸਿਰਫ ਔਰ ਸਿਰਫ ਨੈਸ਼ਨਲ ਹਾਈਵੇ ਖਾਲੀ ਕਰਨ ਵਾਸਤੇ ਕਿ ਲੋਕਾਂ ਨੂੰ ਕੋਈ ਪ੍ਰੋਬਲਮ ਨਾ ਆਏ, ਲੋਕੀ ਆਰਾਮ ਨਾਲ ਚੱਲਣ ਫਿਰਨ, ਕਿਉਂਕਿ ਬਹੁਤ ਜ਼ਿਆਦਾ ਸਮੱਸਿਆ ਗੰਭੀਰ ਹੋ ਗਈ ਸੀ। ਤੇ ਉਹਨਾਂ ਨੇ ਖੁਦ ਸਰੈਂਡਰ ਕੀਤਾ ਪੁਲਿਸ ਨੂੰ ਕਿ ਮੈਨੂੰ ਜੇ ਪਕੜ ਕੇ ਤੁਸੀਂ ਹਾਈਵੇ ਖੋਲ ਸਕਦੇ ਹੋ ਤਾਂ ਖੋਲ ਦਿਓ। ਤੇ ਜੇ ਉਹਨਾਂ ਨੇ ਇੰਨੀ ਵੱਡੀ ਪਹਿਲ ਕਰਕੇ ਹਾਈਵੇ ਖੁਲਵਾਇਆ ਤੇ ਫਿਰ ਪੁਲਿਸ ਨੂੰ ਵੀ ਸਹਿਯੋਗ ਕਰਨਾ ਚਾਹੀਦਾ, ਉਹਨਾਂ ਨੂੰ ਵੀ ਕੇਸ ਉਸੇ ਹਿਸਾਬ ਨਾਲ ਕਰਕੇ ਇਹਨਾਂ ਨੂੰ ਰਿਲੀਜ਼ ਕਰਨਾ ਚਾਹੀਦਾ ਸੀਗਾ। ਅਸੀਂ ਅੱਜ ਸਾਰੇ ਇਸ ਸੁਖਜਿੰਦਰਾ ਗਰੁੱਪ ਦੇ ਵਿੱਚ ਇਕੱਠੇ ਹੋਏ ਆ, ਸਕੂਲ ਕਾਲਜਸ ਵਗੈਰਾ ਦੇ ਸਾਰੇ ਨੁਮਾਇੰਦੇ। ਔਰ ਜਿਸ ਤਰ੍ਹਾਂ ਕਿ ਸਾਡੇ ਪਹਿਲਾਂ ਪੰਜਾਬ ਦੇ ਪ੍ਰਧਾਨ ਜਗਜੀਤ ਸਿੰਘ ਧੂਰੀ ਜੀ ਨੇ ਵੀ ਕਿਹਾ ਵਾ ਕਿ ਜੇ ਰਿਲੀਜ਼ ਨਹੀਂ ਕੀਤਾ ਜਾਂਦਾ ਤੇ ਫਿਰ ਅਸੀਂ ਐਕਸ਼ਨ ਲੈਣ ਨੂੰ ਤਿਆਰ ਹੋਵਾਂਗੇ। ਥੋੜੀ ਦੇਰ ਦੇ ਬਾਅਦ ਹੀ ਕੋਰ ਕਮੇਟੀ ਦੀ ਮੀਟਿੰਗ ਹੈ, ਉਹਦੇ ਵਿੱਚ ਡਿਸਾਈਡ ਕੀਤਾ ਜਾਏਗਾ ਕਿ ਕੱਲ ਦੀ ਅਗਲੀ ਰੂਪਰੇਖਾ ਕੀ ਹੈ। ਫਿਰ ਤੇ ਕੱਲ ਦਾ ਅਸੀਂ ਇਹੀ ਪਲਾਨ ਕਰ ਰਹੇ ਹਾਂ ਕਿ ਜੇ ਇਸ ਤਰ੍ਹਾਂ ਦੀ ਸਾਡੀ ਗੱਲ ਨਹੀਂ ਮੰਨੀ ਜਾਂਦੀ ਹੈ ਤੇ ਫਿਰ ਕੱਲ ਗੁਰਦਾਸਪੁਰ ਡਿਸਟ੍ਰਿਕਟ ਦੇ ਜਿੰਨੇ ਵੀ ਸਕੂਲ ਔਰ ਕਾਲਜਸ ਨੇ ਉਹ ਸਾਰੇ ਜਿਹੜੇ ਨੇ ਬੰਦ ਰੱਖੇ ਜਾਣਗੇ, ਰੋਸ ਸਬੂਤ, ਔਰ ਅਗਲੀ ਕਾਰਵਾਈ ਦੁਬਾਰਾ ਜਿਹੜੀ ਆ ਉਹ ਫਿਰ ਮੀਟਿੰਗ ਕਰਕੇ ਕੀਤੀ ਜਾਏਗੀ।
ਅੱਜ ਦੀ ਮੀਟਿੰਗ ਤੋਂ ਬਾਅਦ ਮੈਂ ਇਹ ਕਹਿਣਾ ਚਾਹਾਂਗਾ ਕਿ ਕੱਲ ਅਸੀਂ ਬੜੇ ਸ਼ਬਦਾਂ ਦੇ ਅੰਦਰ ਜਿਸ ਐਡਮਿਨਿਸਟ੍ਰੇਸ਼ਨ ਨੂੰ ਮਿਲੇ ਆ ਉਹਨਾਂ ਨੂੰ ਅਸੀਂ ਕਿਹਾ ਸੀ ਕਿ ਸਾਡੇ ਨਾਲ ਇਹ ਨਜਾਇਜ਼ ਧੱਕਾ ਕੀਤਾ ਜਾ ਰਿਹਾ ਔਰ ਐਡਮਿਨਿਸਟ੍ਰੇਸ਼ਨ ਆਪਣੀ ਖਾਮੀ ਲੁਕਾਉਣ ਦੇ ਵਾਸਤੇ ਇੱਕ ਸ਼ਰੀਫ ਸੰਸਥਾ ਦੇ ਚੇਅਰਮੈਨ ਨੂੰ ਉਹਨਾਂ ਨੇ ਫੜ ਕੇ ਬਿਠਾ ਲਿਆ ਔਰ ਉਹਨਾਂ ਉੱਤੇ ਪਰਚਾ ਕੀਤਾ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਕੱਲ ਦਾ ਅਲਟੀਮੇਟਮ ਅਸੀਂ ਦਿੱਤਾ ਜਿਹੜਾ ਗੁਰਦਾਸਪੁਰ ਦੇ ਸਾਰੇ ਸਕੂਲ ਬੰਦ ਰਹਿਣਗੇ ਔਰ ਜੇ ਫਿਰ ਵੀ ਕੋਈ ਮਸਲਾ ਹੱਲ ਨਾ ਹੋਇਆ ਜਾਂ ਐਡਮਿਨਿਸਟ੍ਰੇਸ਼ਨ ਨੂੰ ਕਰਨ ਦੀ ਨਾਕਾਮਯਾਬ ਰਹੀ ਜਿਹੜਾ ਸਹੀ ਦੋਸ਼ੀ ਉਹਨੂੰ ਫੜਨ ਦੇ ਵਿੱਚ ਜੇ ਨਾਕਾਮਯਾਬ ਰਹਿੰਦੀ ਹੈ ਤੇ ਫਿਰ ਅਸੀਂ ਜਿੱਥੇ ਇੱਕ ਅੱਛੇ ਨਾਗਰਿਕ ਹੋਣ ਦੇ ਨਾਤੇ ਇੱਕ ਅੱਛੀ ਸਿੱਖਿਆ ਦੇਣਾ ਵੀ ਜਾਣਦੇ ਹਾਂ ਔਰ ਅਸੀਂ ਫਿਰ ਆਪਣੇ ਨਿਆਂ ਦੇ ਵਾਸਤੇ ਆਪਣੇ ਹੱਕਾਂ ਦੇ ਵਾਸਤੇ ਸੜਕਾਂ ਦੇ ਉੱਤੇ ਉਤਰਨਾ ਵੀ ਜਾਣਦੇ ਹਾਂ ਔਰ ਤਕਰੀਬਨ ਜਿੰਨੇ ਸਾਰੇ ਪੰਜਾਬ ਦੇ ਵਿੱਚ ਸੰਸਥਾਵਾਂ ਨੇ ਔਰ ਟੋਟਲ 9000 ਦੇ ਕਰੀਬ ਸੰਸਥਾਵਾਂ ਨੇ ਕਾਲਜਸ ਅਲੱਗ ਨੇ ਔਰ 5 ਲੱਖ ਤੋਂ ਵੱਧ ਮੁਲਾਜ਼ਮ ਜਿੱਥੇ ਕੰਮ ਕਰਦਾ ਹੈ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਬੱਸਾਂ ਨੇ। ਅਸੀਂ ਸਾਰਾ ਜਿਹੜੀ ਸੰਗਤ ਸਾਡੀ ਸਮਿਤੀ ਜੋ ਵੀ ਫੈਸਲਾ ਕਰੇਗੀ ਜੁਆਇੰਟ ਐਕਸ਼ਨ ਕਮੇਟੀ ਇਸ ਤੋਂ ਬਾਅਦ ਅਸੀਂ ਉਹਦਾ ਪਾਲਣ ਕਰਦੇ ਹੋਏ ਹਾਂ। ਲੱਗਦਾ ਹੈ ਕਿ ਇਹ ਪੁਲਿਸ ਆਪਣੀ ਫੇਲੀਅਰ ਛੁਪਾਉਣ ਵਾਸਤੇ ਜਿਹੜਾ ਸਕੂਲ ਪ੍ਰਬੰਧਕਾਂ ਦੇ ਉੱਪਰ ਦਬਾਅ ਪਾ ਰਹੀ ਹੈ 100% ਕਿ ਮਤਲਬ ਇਹਦੇ 'ਚ ਕੋਈ ਵੀ ਕ੍ਰਾਈਮ ਹੁੰਦਾ ਹੈ ਉਸ ਕ੍ਰਾਈਮ ਨੂੰ ਪਹਿਲਾਂ ਇਨਵੈਸਟੀਗੇਟ ਕੀਤਾ ਜਾਂਦਾ ਔਰ ਇਹ ਇੰਨਾ ਵੱਡਾ ਸੈਂਸਿਟਿਵ ਮੈਟਰ ਹੈ ਕਿ ਜਿਹਨੂੰ ਇਹਨਾਂ ਨੇ ਮਤਲਬ ਇੱਕ ਐਵੇਂ ਜਿਹਾ ਗਲਤ ਤਰੀਕੇ ਦੇ ਨਾਲ ਇਹਨੂੰ ਕੀਤਾ। ਇੱਕ ਰੇਪ ਕੇਸ ਤੁਸੀਂ ਦੇਖਿਆ ਕਿ ਬੜੇ ਵੱਡੇ ਐਜੀਟੇਸ਼ਨ ਇਸ ਇਸ਼ੂ ਦੇ ਉੱਤੇ ਸਾਰੇ ਹਿੰਦੁਸਤਾਨ ਦੇ ਵਿੱਚ ਹੋਏ ਨੇ ਔਰ ਮੈਂ ਸਮਝਦਾ ਕਿ ਇੱਕ ਗਲਤ ਜਿਹੜੀ ਹੈ ਪੁਲਿਸ ਦਾ ਜਿਹੜਾ ਰੋਲ ਹੈ ਉਹ ਬਹੁਤਾ ਵਧੀਆ ਨਹੀਂ ਰਿਹਾ ਹੈ ਸਾਰੇ ਕੰਮ ਦੇ। ਇਨਵੈਸਟੀਗੇਸ਼ਨ ਕਰਨ ਇਹ ਇਸ ਤਰ੍ਹਾਂ ਨਹੀਂ ਹੈ ਕਿ ਦੇਖੋ ਮੈਂ ਫਾਦਰ ਸਾਹਿਬ ਨਾਲ ਉਸ ਦਿਨ ਬੜਾ ਨਾਲ ਸੀਗਾ ਮੈਂ ਗੱਲ ਕਰ ਰਿਹਾ ਸੀ ਜਿਸ ਦਿਨ ਇਹ ਗੱਲ ਵੀ ਪਾਪਾ ਕਹਿ ਰਹੇ ਸੀ ਕਿ ਜੇ ਮੇਰੇ ਰੈਸਟ ਹੋਣ ਨਾਲ ਜੇ ਹਾਈਵੇ ਕਲੀਅਰ ਹੁੰਦਾ ਹੈ ਨਾਰਮਲ ਲੋਕਾਂ ਦੀ ਤਕਲੀਫ ਜਿਹੜੀ ਆ ਉਹ ਘਟਦੀ ਹੈ ਹਾਈਵੇ ਕਲੀਅਰ ਹੁੰਦਾ ਹੈ ਸਾਰੀ ਯਾਤਰਾ ਜਿਹੜੀ ਉਹ ਨਾਰਮਲ ਹੁੰਦੀ ਹੈ ਤੇ ਮੈਂ ਅਰੈਸਟ ਹੋ ਰਿਹਾ ਠੀਕ ਹੈ ਤੋਂ ਅਸੀਂ ਉਦੋਂ ਕਿਹਾ ਸੀ ਮੈਂ ਕਿਹਾ ਸੀ ਮੇਰੇ ਫਾਦਰ ਸਾਹਿਬ ਅਸੀਂ ਕੋਈ ਕ੍ਰਾਈਮ ਨਹੀਂ ਕੀਤਾ ਹੈਗਾ ਅਸੀਂ ਕਿਉਂ ਅਰੈਸਟ ਬਟ ਉਹਨਾਂ ਨੇ ਇਸ ਗੱਲ ਨੂੰ ਰਿਫਿਊਜ਼ ਕਰ ਦਿੱਤਾ ਉਹਨਾਂ ਨੇ ਡੀਐਸਪੀ ਸਾਹਿਬ ਨੇ ਕਿਹਾ ਕਿ ਚਲੋ ਆਪਾਂ ਤੁਸੀਂ ਮੈਨੂੰ ਅਰੈਸਟ ਕਰ ਲਓ ਤੇ ਜੇ ਤੁਹਾਡਾ ਜਾਮ ਹਟਦਾ ਤਾਂ ਆਪਾਂ ਕੋਆਪਰੇਟ ਕਰਨ ਨੂੰ ਤਿਆਰ ਹਾਂ ਅਸੀਂ ਕੋਆਪਰੇਟ ਕੀਤਾ ਤੇ ਇਹ ਨਤੀਜਾ ਸਾਨੂੰ ਸਾਡੀ ਕੋਆਪਰੇਸ਼ਨ ਦਾ ਮਿਲਿਆ। ਇਹ ਨਤੀਜਾ ਹੈ ਕਿ ਇੱਕ ਵਿਦਆਊਟ ਇਨਵੈਸਟੀਗੇਸ਼ਨ ਅਸੀਂ ਇੰਨੀਆਂ ਸੀਰੀਅਸ ਜਿਹੜੇ ਚਾਰਜਿਸ ਨੇ ਉਹ ਇੰਪਲੀਮੈਂਟ ਕਰ ਦਿੱਤੇ। ਸੋ ਮੇਰੀ ਇਹੀ ਇੱਕ ਰਿਕੁਐਸਟ ਹੈ ਕਿ ਇਸ ਜੋ ਵੀ ਕੁਝ ਹੋਇਆ ਹੈ ਉਹਦੇ ਵਿੱਚ ਜਿਹੜੀ ਸਾਡੀ ਸੰਸਥਾ ਹੈ ਉਹ ਆਪਾਂ ਕੋਆਪਰੇਟ ਕਰਨ ਨੂੰ ਤਿਆਰ ਹਾਂ। ਅੱਗੇ ਵੀ ਕੀਤਾ ਉਦੋਂ ਵੀ ਕਰ ਰਹੇ ਸੀਗੇ ਆਪਾਂ ਆਪਣੇ ਸਾਰੇ ਜਿੰਨੇ ਟੀਵੀਆਂ ਸਾਰੇ ਕੈਮਰਾਸ ਐਵਰੀਥਿੰਗ ਆਪਾਂ ਪੁਲਿਸ ਨੂੰ ਦੇ ਦਿੱਤਾ ਕਿ ਤੁਸੀਂ ਇਹਦੀ ਇਨਵੈਸਟੀਗੇਸ਼ਨ ਕਰੋ ਪ੍ਰੋਪਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ। ਜੇ ਕੋਈ ਵੀ ਕਲਪਰੇਟ ਆ ਉਹਨੂੰ ਤੁਸੀਂ ਭਾਵੇਂ ਫਾਂਸੀ ਦੇ ਦਿਓ ਜੋ ਮਰਜ਼ੀ ਕਰੋ ਬਟ ਐਟਲੀਸਟ ਇਨਵੈਸਟੀਗੇਟ ਕਰਕੇ ਫਿਰ ਤੁਸੀਂ ਜਿਹੜੇ ਚਾਰਜਿਸ ਨੂੰ ਫਾਈਲ ਕਰੋ ਉਹ ਵੀ ਇੰਨੇ ਸੀਰੀਅਸ ਚਾਰਜਿਸ ਐਂਡ ਜਿੱਥੋਂ ਤੱਕ ਮੈਂ ਆਪਣੇ ਫਾਦਰ ਸਾਹਿਬ ਨੂੰ ਜਾਣਦਾ ਜਦੋਂ ਵੀ ਮੈਂ ਹੋਸ਼ ਸੰਭਾਲੀ ਹੈ ਉਹਨਾਂ ਨੇ ਤਾਂ ਇੱਕੋ ਗੱਲ ਮੈਨੂੰ ਸਿਖਾਈ ਹੈ ਬੇਟਾ ਕਿ ਸਿਰ ਨੀਵਾਂ ਰੱਖ ਕੇ ਸੁਸਾਇਟੀ ਦੇ ਵਿੱਚ ਚੱਲਣਾ ਹੈ ਹਰ ਇੱਕ ਨਾਲ ਸਹਿਯੋਗ ਦੇਣਾ ਹੈ ਠੀਕ ਹੈ ਜੀ। ਤੇ ਇੱਕ ਗੱਲ ਉਹ ਹਮੇਸ਼ਾ ਸਿਖਾਉਂਦੇ ਰਹੇ ਨੇ ਕਿ ਮਾੜਾ ਸਹਿਣਾ ਨਹੀਂ ਆ ਤੇ ਮਾੜਾ ਕਿਸੇ ਨਾਲ ਕਰਨਾ ਨਹੀਂ ਤੇ ਮਤਲਬ ਮੇਰੇ ਹਿਸਾਬ ਨਾਲ ਇਸ ਟਾਈਪ ਦੀ ਸੋਚ ਰੱਖਣ ਵਾਲੇ ਇਨਸਾਨ ਨੂੰ ਅੱਜ ਇਸ ਤਰ੍ਹਾਂ ਟ੍ਰੀਟ ਕੀਤਾ ਜਾ ਰਿਹਾ ਤੇ ਆਪਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਬੰਦਾ ਸਾਡੇ ਤੋਂ ਫਿਰ ਸੇਫ ਹੈ। ਕੱਲ ਨੂੰ ਜੇ ਇਹ ਅੱਜ ਇਹ ਸਾਡੇ ਤੇ ਹੈ ਇਹ ਅੱਜ ਸਾਡੇ ਘਰ 'ਚ ਹੈ ਕੱਲ ਨੂੰ ਇਹ ਕਿਤੇ ਵੀ ਹੋ ਸਕਦੀ ਹੈ ਅਸੀਂ ਕੋਈ ਵੀ ਇਹਦੇ ਵਿਕਟਮ ਜਿਹੜੇ ਹੈ ਕੱਲ ਨੂੰ ਹੋ ਸਕਦੇ ਹਾਂ ਠੀਕ ਹੈ ਜੀ। ਤੇ ਇਸ ਲਈ ਮੇਰੀ ਇਹ ਇੱਕ ਰਿਕੁਐਸਟ ਹੈ ਤੁਹਾਨੂੰ ਸਭ ਨੂੰ ਹੱਥ ਜੋੜ ਕੇ ਰਿਕੁਐਸਟ ਹੈ ਕਿ ਇਹਦਾ ਸਹਿਯੋਗ ਦਿਓ ਸਾਡੇ ਨਾਲ ਪੂਰਾ ਸਹਿਯੋਗ ਦਿਓ। ਇਹ ਕੋਈ ਗੁਰਦਾਸਪੁਰ ਤੋਂ ਵਿਕਰਮ ਚੀਮਾ ਦੀ ਰਿਪੋਰਟ ਗਲੋਬਲ ਹੈਡਲਾਈਨ ਨਿਊਜ਼।